सत श्री अकाल दोस्तों, ਤੁਹਾਡੇ ਆਪਣੇ YouTube ਚੈਨਲ ਨੌਲੇਜ ਹਬ ਤੇ ਮੈਂ ਤੁਹਾਡਾ ਇੱਕ ਅਗਲੀ ਵੀਡੀਓ ਦੇ ਨਾਲ ਸਵਾਗਤ ਕਰਦਾ ਹਾਂ, ਜਿਸ ਦੇ ਵਿੱਚ ਆਪਾਂ ਅੱਜ ਸੰਗਰੂਰ ਡਿਸਟ੍ਰਿਕਟ ਸੰਗਰੂਰ ਜ਼ਿਲ੍ਹੇ ਦੀ ਜਨਰਲ ਨੌਲੇਜ ਉਸ ਦੇ ਬਣਦੇ ਇਤਿਹਾਸ ਅਤੇ ਉਸ ਬਾਰੇ ਜਿਹੜੀਆਂ ਮੇਨ ਮਹੱਤਵਪੂਰਨ ਜਾਣਕਾਰੀਆਂ ਨੇ ਉਹਨਾਂ ਬਾਰੇ ਡਿਸਕਸ਼ਨ ਕਰਾਂਗੇ। ਸੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜ਼ਰੂਰ ਵੇਖਣਾ। ਤੇ ਵੀਡੀਓ ਦੇ ਵਿੱਚ ਆਪਣਾ ਪਹਿਲਾ ਪ੍ਰਸ਼ਨ ਹੈਗਾ ਵਾ ਕਿ ਸੰਗਰੂਰ ਦੀ ਸਥਾਪਨਾ ਕਦੋਂ ਅਤੇ ਕਿਸਨੇ ਕੀਤੀ ਸੀਗੀ। ਸੰਗਰੂਰ ਦੀ ਜਿਹੜੀ ਸਥਾਪਨਾ ਤਕਰੀਬਨ 400 ਸਾਲ ਪਹਿਲਾਂ ਸੰਗੂ ਨਾਮ ਦੇ ਇੱਕ ਜੱਟ ਨੇ ਕੀਤੀ ਸੀ, ਜਿਸ ਕਰਕੇ ਇਸ ਦਾ ਨਾਮ ਸੰਗਰੂਰ ਬਣਿਆ ਵਾ। ਸੰਗਰੂਰ ਜ਼ਿਲ੍ਹਾ ਕਦੋਂ ਬਣਿਆ? ਸੰਗਰੂਰ ਸ਼ਹਿਰ ਦੀ ਸਥਾਪਨਾ ਜਿਹੜੀ ਹੈਗੀ ਆ ਉਹ 400 ਸਾਲ ਪਹਿਲਾਂ ਹੋਈ ਸੀਗੀ, ਬਟ ਇਹ ਜ਼ਿਲ੍ਹਾ ਕਦੋਂ ਬਣਿਆ? ਜ਼ਿਲ੍ਹਾ ਇਹ 1948 ਦੇ ਵਿੱਚ ਜਿਹੜਾ ਬਣਿਆ ਵਾ। ਸੰਗਰੂਰ ਦੇ ਸਥਾਨ 'ਤੇ ਪਹਿਲੀ ਵਾਰ ਰਿਹਾਇਸ਼ ਕਦੋਂ ਹੋਈ ਸੀ? ਜਿੱਥੇ ਅੱਜ ਸੰਗਰੂਰ ਸ਼ਹਿਰ ਹੈਗਾ ਵਾ, ਉੱਥੇ ਜਿਹੜੀ ਰਿਹਾਇਸ਼ ਆ ਪਹਿਲੀ ਵਾਰ ਉਹ ਕਦੋਂ ਸ਼ੁਰੂ ਹੋਈ ਸੀ? ਤਾਂ ਲਗਭਗ 2300 ਈਸਾ ਪੂਰਵ ਦੇ ਵਿੱਚ ਜਿਹੜੀ ਹੈਗੀ ਇੱਥੇ ਰਿਹਾਇਸ਼ ਸ਼ੁਰੂ ਹੋਈ ਸੀਗੀ। ਸੰਗਰੂਰ ਕਿਸ ਰਿਆਸਤ ਦਾ ਹਿੱਸਾ ਹੁੰਦਾ ਸੀ? ਸੰਗਰੂਰ ਆ ਜਿਹੜਾ ਉਹ ਕਿਸ ਰਿਆਸਤ ਦਾ ਹਿੱਸਾ ਹੁੰਦਾ ਸੀ? ਤਾਂ ਅੰਗਰੇਜ਼ਾਂ ਤੱਕ ਇਹ ਜਿਹੜਾ ਹੈਗਾ ਸੀਗਾ ਇਹ ਨਾਭਾ ਰਿਆਸਤ ਦਾ ਹਿੱਸਾ ਹੁੰਦਾ ਸੀਗਾ, ਅਤੇ ਅੰਗਰੇਜ਼ਾਂ ਤੋਂ ਪਹਿਲਾਂ ਜਿਹੜਾ ਹੁੰਦਾ ਸੀ ਇਹ ਜੀਂਦ ਰਿਆਸਤ ਦੇ ਵਿੱਚ ਇਨਕਲੂਡ ਹੁੰਦਾ ਸੀਗਾ। ਉਸ ਤੋਂ ਬਾਅਦ ਅੱਗੇ ਆਪਣੇ ਕੋਲ ਪ੍ਰਸ਼ਨ ਹੈ ਕਿ ਸੰਗਰੂਰ ਦਾ ਸੰਬੰਧ ਕਿਸ ਕਾਲ ਨਾਲ ਹੈਗਾ? ਤਾਂ ਸੰਗਰੂਰ ਦਾ ਜਿਹੜਾ ਸੰਬੰਧ ਹੈਗਾ ਪੂਰਬ ਹੜੱਪਾ ਸਭਿਅਤਾ ਦੇ ਕਾਲ ਦੇ ਨਾਲ ਹੈਗਾ ਵਾ। ਉਸ ਤੋਂ ਅੱਗੇ ਆਪਣੇ ਕੋਲ ਪ੍ਰਸ਼ਨ ਬਣਦਾ ਕਿ ਪੂਰਬ ਹੜੱਪਾ ਦੇ ਅਵਸ਼ੇਸ਼ ਕਿੱਥੇ ਮਿਲੇ ਨੇ? ਕਿੱਥੇ ਖੁਦਾਈ ਕਰਨ ਕਰਕੇ ਜਿਹੜੀ ਉਹ ਪੂਰਬ ਹੜੱਪਾ ਦੇ ਅਵਸ਼ੇਸ਼ ਮਿਲੇ ਨੇ? ਸੰਗਰੂਰ ਦੇ ਵਿੱਚ ਕਿੱਥੇ ਜਿਹੜੀ ਇਹਨਾਂ ਦੀ ਖੁਦਾਈ ਕੀਤੀ ਸੀਗੀ ਜਿੱਥੇ ਇਹ ਹੜੱਪਾ ਦੇ ਅਵਸ਼ੇਸ਼ ਮਿਲੇ ਨੇ? ਤਾਂ ਮਰੇਲਕੋਟਲਾ ਦੀ ਤਹਿਸੀਲ ਦੇ ਵਿੱਚ ਜਿਹੜੇ ਪਿੰਡ ਹੈਗੇ ਨੇ ਰੋਹੀੜਾ, ਮੁਹਾਰਾਣਾ, ਬੁੱਢਣ, ਬਾਵਾ, ਭਸੌੜ, ਢੀਂਗਰੀ, ਜੰਡਾਲੀ, ਮਲੌੜ, ਰੋੜੀਆਂ, ਥੇ ਲੋਹਾਰਾ, ਮੁਹੰਮਦਪੁਰ, ਇਹ ਜਿਹੜੇ ਹੈਗੇ ਨੇ ਮੇਨ ਮਸ਼ਹੂਰ ਜਿਹੜੇ ਹੈਗੇ ਨੇ ਮਰੇਲਕੋਟਲਾ ਤਹਿਸੀਲ ਦੇ ਪਿੰਡ ਨੇ, ਜਿਨ੍ਹਾਂ ਦੇ ਵਿੱਚ ਹੜੱਪਾ ਸਭਿਅਤਾ ਦੀ ਖੋਜ ਦੇ ਹੜੱਪਾ ਸਭਿਅਤਾ ਦੇ ਜਿਹੜੇ ਅਵਸ਼ੇਸ਼ ਮਿਲੇ ਨੇ ਖੁਦਾਈ ਦੇ ਦੌਰਾਨ। ਇਹਨਾਂ ਦੇ ਵਿੱਚ ਜਿਹੜੇ ਹੈਗੇ ਨੇ ਇਹ ਮੰਡੀ ਅਹਿਮਦਗੜ੍ਹ ਤੋਂ ਤਕਰੀਬਨ 6 ਕਿਲੋਮੀਟਰ ਨੇ ਅਤੇ ਮਰੇਲਕੋਟਲਾ ਤੋਂ ਲਗਭਗ 13 ਕਿਲੋਮੀਟਰ ਦੀ ਦੂਰੀ 'ਤੇ ਇਹ ਜਿਹੜੇ ਸਥਾਨ ਹੈਗੇ ਨੇਗੇ ਇਹ ਮੌਜੂਦ ਹੈਗੇ ਨੇ। ਅਤੇ ਉਸ ਤੋਂ ਬਾਅਦ ਇਹਦੇ ਵਿੱਚ ਇਹ ਵੀ ਆ ਜਾਂਦਾ ਕਿ ਇਹ ਜਿਹੜੇ ਸਥਾਨ ਨੇ ਇਹ ਲਾਈਨ ਆਫ ਡਿਪਰੈਸ਼ਨ ਦੇ 'ਤੇ ਸਥਿਤ ਹਨ, ਜੋ ਕਿ ਸਤਲੁਜ ਦਰਿਆ ਦੇ ਪੁਰਾਤਨ ਰਸਤੇ ਤੋਂ ਚੱਲਦੀ ਹੈ। ਲਾਈਨ ਆਫ ਡਿਫਰੈਸ਼ਨ ਹੈ ਜਿਹੜੀ ਪੁਰਾਣੇ ਸਮੇਂ ਤੋਂ ਜਿਹੜੀ ਹੈਗੀ ਆ ਉਹ ਲਾਈਨ ਆਫ ਡਿਫਰੈਸ਼ਨ ਪੁਰਾਣੇ ਸਮੇਂ ਦੇ ਸਤਲੁਜ ਦਰਿਆ ਤੋਂ ਚੱਲਦੀ ਹੈ, ਅਤੇ ਉਸ ਦੇ ਜਿਹੜੇ ਤਕਰੀਬਨ ਹੈਗੇ ਆਲੇ ਦੁਆਲੇ ਇਹ ਸਥਿਤ ਹੈਗੇ ਨੇ। ਅਤੇ ਲਾਈਨ ਆਫ ਡਿਫਰੈਸ਼ਨ ਜਿਹੜੀ ਹੈਗੀ ਆ ਸਮਾਂ ਬੀਤਣ ਦੇ ਕਾਰਨ ਤਕਰੀਬਨ ਹੁਣ ਖਤਮ ਹੋ ਚੁੱਕੀ ਆ। ਉਸ ਤੋਂ ਬਾਅਦ ਅੱਗੇ ਪ੍ਰਸ਼ਨ ਹੈ ਕਿ ਭਾਰਤ ਵਿੱਚ ਪੂਰਬ ਹੜੱਪਾ ਦਾ ਦੂਜਾ ਸਭ ਤੋਂ ਮਹੱਤਵਪੂਰਨ ਸਥਾਨ ਕਿੱਥੇ ਮਿਲਦਾ ਹੈ? ਜਿਹੜੀ ਪੂਰਬ ਹੜੱਪਾ ਹੈ ਇਸ ਦਾ ਸਭ ਤੋਂ ਮਤਲਬ ਕਿ ਵੱਡਾ ਦੂਸਰਾ ਸਥਾਨ ਹੈਗਾ ਜਿਹੜਾ ਉਹ ਰੋਹਿੜਾ ਵਿੱਚ ਮਿਲਦਾ ਹੈਗਾ, ਜੋ ਕਿ ਇੱਕ ਪੁਰਾਤਨ ਟਿੱਲੇ 'ਤੇ ਇਸ ਦੀ ਜਿਹੜੀ ਹੈਗੀ ਆ ਖੋਜ ਹੋਈ ਆ ਖੁਦਾਈ ਦੇ ਦੌਰਾਨ। ਸੰਗਰੂਰ ਕਿਸ ਮਹਾਰਾਜੇ ਦੀ ਰਿਆਸਤ ਦੀ ਰਾਜਧਾਨੀ ਸੀ? ਸੰਗਰੂਰ ਜਿਹੜਾ ਉਹ ਕਿਸ ਮਹਾਰਾਜੇ ਦੀ ਰਿਆਸਤ ਦੀ ਰਾਜਧਾਨੀ ਸੀ? ਮਹਾਰਾਜਾ ਰਘਬੀਰ ਸਿੰਘ। ਆਜ਼ਾਦੀ ਤੱਕ ਜਿਹੜੀ ਇਹ ਇਹਨਾਂ ਦੀ ਰਿਆਸਤ ਦੀ ਰਾਜਧਾਨੀ ਰਹੀ ਹੈ, ਅਤੇ ਮਹਾਰਾਜਾ ਰਘਬੀਰ ਸਿੰਘ ਜੋ ਕਿ ਨਾਭਾ ਰਿਆਸਤ ਦੇ ਜਿਹੜੇ ਹੈਗੇ ਸੀਗੇ ਮਹਾਰਾਜੇ ਸੀਗੇ। ਉਸ ਤੋਂ ਬਾਅਦ ਆਪਣੇ ਕੋਲ ਪ੍ਰਸ਼ਨ ਬਣਦਾ ਵਾ ਕਿ ਸੰਗਰੂਰ ਸ਼ਹਿਰ ਕਿਸ ਸ਼ਹਿਰ ਦੇ ਆਧਾਰ 'ਤੇ ਉਸਾਰਿਆ ਹੈਗਾ? ਜਿਹੜੀ ਸੰਗਰੂਰ ਸ਼ਹਿਰ ਦਾ ਜਿਹੜਾ ਨਿਰਮਾਣ ਹੈ ਉਹ ਮਹਾਰਾਜਾ ਰਘਬੀਰ ਸਿੰਘ ਸੀਗੇ, ਜਿਹੜਾ ਉਹਨਾਂ ਨੇ ਇਹਨਾਂ ਦੀ ਆਪਣੀ ਪਰਸਨਲੀ ਦਿਲਚਸਪੀ ਸੀਗੀ ਵੀ ਕੋਈ ਇੱਦਾਂ ਦਾ ਸ਼ਹਿਰ ਮੈਂ ਬਣਾਵਾਂ, ਅਤੇ ਉਸ ਸ਼ਹਿਰ ਦੀ ਜਿਹੜੀ ਹੈਗੀ ਉਸਾਰੀ ਆ ਉਹ ਕਿਸ ਸ਼ਹਿਰ ਦੇ ਤਰਜ਼ ਦੇ ਆਧਾਰ 'ਤੇ ਕੀਤੀ ਗਈ ਸੀ? ਤਾਂ ਜਿਹੜਾ ਜੈਪੁਰ ਰਾਜਸਥਾਨ ਦਾ ਮਸ਼ਹੂਰੀ ਸ਼ਹਿਰ ਹੈ ਅਤੇ ਰਾਜਸਥਾਨ ਦੀ ਰਾਜਧਾਨੀ ਵੀ ਹੈਗੀ ਜੈਪੁਰ, ਅਤੇ ਉਸ ਦੀ ਤਰਜ਼ 'ਤੇ ਜਿਹੜਾ ਹੈਗਾ ਗਾ ਇਹ ਸੰਗਰੂਰ ਦੀ ਜਿਹੜੀ ਹੈਗੀ ਆ ਉਸਾਰੀ ਕੀਤੀ ਗਈ ਸੀ। ਮਹਾਭਾਰਤ ਦੇ ਵਿੱਚ ਜਿਹੜੇ ਯੋਧਿਆ ਨਾਮ ਦਾ ਇੱਕ ਲੜਾਕੂ ਕਬੀਲਾ ਸੀਗਾ। ਮਹਾਭਾਰਤ ਦੇ ਵਿੱਚ ਆਪਾਂ ਜੇ ਦੇਖੀਏ ਤਾਂ ਜਿਹੜਾ ਯੋਧਿਆ ਨਾਮ ਦਾ ਲੜਾਕੂ ਕਬੀਲਾ ਸੀ, ਜਿਹੜੀ ਉਹਨਾਂ ਦੀ ਰਿਹਾਇਸ਼ ਸੀਗੀ ਅਜੋਕਾ, ਜਿੱਥੇ ਅੱਜ ਦਾ ਸੰਗਰੂਰ ਆ ਉਸ ਦੇ ਵਿੱਚ ਜਿਹੜਾ ਯੋਧਿਆ ਨਾਮ ਦਾ ਲੜਾਕੂ ਕਬੀਲਾ ਸੀ ਉਹ ਵੀ ਸੰਗਰੂਰ ਦੇ ਜਿਹੜੇ ਅੱਜ ਦੀ ਰਿਹਾਇਸ਼ ਹੈਗੀ ਆ ਉੱਥੇ ਇਹਨਾਂ ਦੀ ਰਿਹਾਇਸ਼ ਹੁੰਦੀ ਸੀ। ਮਹਾਭਾਰਤ ਦੇ ਯੋਧਿਆ ਦਾ ਜਿਹੜਾ ਲੜਾਕੂ ਕਬੀਲਾ ਉਹ ਸੰਗਰੂਰ ਵਿੱਚ ਹੀ ਕਦੇ ਰਹਿੰਦਾ ਹੁੰਦਾ ਸੀਗਾ। ਅਜੋਕੇ ਸੰਗਰੂਰ ਅਤੇ ਇਸ ਨਾਲ ਲੱਗਦੇ ਇਲਾਕੇ ਕਿਸ ਸਲਤਨਤ ਵਿੱਚ ਆਉਂਦੇ ਨੇ? ਅਜੋਕਾ ਸੰਗਰੂਰ ਅਤੇ ਇਸ ਨਾਲ ਜਿਹੜੇ ਲੱਗਦੇ ਇਲਾਕੇ ਨੇ ਉਹ ਕਿਸ ਸਲਤਨਤ ਵਿੱਚ ਆਉਂਦੇ ਸੀਗੇ? ਤਾਂ ਜਿਹੜੇ ਹੈਗੇ ਉਹ ਮੌਰੀਆ ਸਲਤਨਤ ਦੇ ਵਿੱਚ ਆਉਂਦੇ ਸੀਗੇ, ਅਤੇ ਜਿਹੜੀ 322 ਈਸਾ ਪੂਰਵ ਦੇ ਵਿੱਚ ਜਿਹੜੀ ਹੈਗੀ ਰਿਆਸਤ ਸਲਤਨਤ ਬਣੀ ਸੀ। ਨੰਦਾ ਨੂੰ ਚੰਦਰਗੁਪਤ ਮੌਰਿਆ ਨੇ ਹਰਾ ਕੇ ਜਿਹੜੀ ਇਹ ਮੌਰੀਆ ਸਲਤਨਤ ਦੀ ਸਥਾਪਨਾ ਜਿਹੜੀ ਉਹ ਕੀਤੀ ਸੀਗੀ। ਉਸ ਤੋਂ ਬਾਅਦ ਆਪਣੇ ਕੋਲ ਪ੍ਰਸ਼ਨ ਬਣਦਾ ਵਾ ਕਿ ਚੌਥੀ ਸਦੀ ਦੇ ਆਰੰਭ ਤੋਂ ਲੈ ਕੇ 6ਵੀਂ ਸਦੀ ਦੇ ਅੰਤ ਤੱਕ ਇਸ ਇਲਾਕੇ 'ਤੇ ਕਿਹਨਾਂ ਦਾ ਸ਼ਾਸਨ ਰਿਹਾ? ਚੌਥੀ ਸਦੀ ਦੇ ਆਰੰਭ ਤੋਂ ਲੈ ਕੇ ਜਿਹੜੀ 6ਵੀਂ ਸਦੀ ਦੇ ਅੰਤ ਤੱਕ ਹੈ ਇਸ ਜਿਹੜੇ ਇਲਾਕੇ ਨੇ ਇਹਨਾਂ 'ਤੇ ਗੁਪਤ ਸ਼ਾਸਨ ਦਾ ਜਿਹੜਾ ਹੈਗਾ ਕਿ ਉਹ ਰਾਜ ਰਿਹਾ, ਗੁਪਤ ਸ਼ਾਸਨ ਦਾ ਸ਼ਾਸਨ ਰਿਹਾ। ਅਤੇ ਉਸ ਦੇ ਜਿਹੜੇ ਇੱਕ ਮਹੱਤਵਪੂਰਨ ਜਿਹੜੇ ਹੈਗੇ ਸੀਗੇ ਹਿੰਦੂਆਂ ਦੇ ਲਈ ਬਹੁਤ ਹੀ ਮਤਲਬ ਕਿ ਦਿਆਲੂ, ਅਤੇ ਜਿਹੜੇ ਹਿੰਦੂਆਂ ਦੇ ਲਈ ਆਪਾਂ ਕਹਿ ਦਿੰਦੇ ਹਾਂ ਕਿ ਹਿੰਦੂਆਂ ਦੀ ਸਰਕਾਰ ਕਹਿ ਸਕਦੇ ਸੀ, ਜਿਹੜੇ ਹਿੰਦੂਆਂ ਦੇ ਬਹੁਤ ਹੀ ਮਸ਼ਹੂਰ ਜਿਹੜੇ ਰਾਜਾ ਹੋਇਆ ਚੰਦਰਗੁਪਤ
ਵਿਕਰਮ ਆਦਿੱਤਿਆ ਆ, ਜਿਨ੍ਹਾਂ ਦੀ ਸਲਤਨਤ ਸੀ ਗੁਪਤ ਸਲਤਨਤ, ਉਹਨਾਂ ਦਾ ਇਸ 'ਤੇ 4ਵੀਂ ਸਦੀ ਦੇ ਆਰੰਭ ਤੋਂ ਅਤੇ 6ਵੀਂ ਸਦੀ ਦੇ ਅੰਤ ਤੱਕ ਇਹਨਾਂ ਦਾ ਰਾਜ ਰਿਹਾ। ਚੰਦਰਗੁਪਤ ਮੌਰਿਆ ਦਾ ਸ਼ਾਸਨ ਜਿਹੜਾ ਹੈਗਾ ਗੁਪਤ ਸ਼ਾਸਨ ਆ। ਰੋਹਿੜਾ ਨੇੜੇ ਘੱਲੂਘਾਰੇ ਦੀ ਪੁਸ਼ਟੀ ਹੋਈ ਹੈ। ਜਿਹੜੀ ਰੋਹਿੜਾ ਨੇੜੇ ਰੋਹਿੜਾ ਘੱਲੂਘਾਰਾ ਹੈ, ਉੱਥੇ ਜਿਹੜੀ ਹੈਗੀ ਹੈ ਖੁਦਾਈ ਦੇ ਦੌਰਾਨ 1762 ਈਸਵੀ ਦੇ ਵਿੱਚ ਜਿਹੜਾ ਵੱਡਾ ਘੱਲੂਘਾਰਾ ਹੋਇਆ ਸੀ। ਅਹਿਮਦ ਸ਼ਾਹ ਅਬਦਾਲੀ ਵੱਲੋਂ ਸਿੱਖਾਂ 'ਤੇ ਜਿਹੜੇ ਹੋ ਗਏ ਸੀ ਕਤਲੇਆਮ, ਅਤੇ ਇੱਥੋਂ ਜਿਹੜੇ ਲੋਕਾਂ 'ਤੇ ਕਤਲੇਆਮ ਕੀਤਾ ਗਿਆ ਸੀ ਉਸ ਨੂੰ ਆਪਾਂ ਹੈਗਾ ਜਿਹੜਾ ਵੱਡਾ ਘੱਲੂਘਾਰਾ ਕਹਿੰਦੇ ਹਾਂ। ਅਤੇ ਇਹ ਰੋਹਿੜਾ ਵਿੱਚ ਹੋਇਆ ਸੀਗਾ, ਜੋ ਕਿ ਮਰੇਲਕੋਟਲੇ ਤੋਂ ਅਹਿਮਦਗੜ੍ਹ ਜਾਂਦੇ ਆ ਤਾਂ ਰਾਸਤੇ ਦੇ ਵਿੱਚ ਤਕਰੀਬਨ 8-9 ਕਿਲੋਮੀਟਰ ਦੀ ਫਰਕ 'ਤੇ ਹੀ ਹੈਗਾ ਵਾ। ਉਸ ਤੋਂ ਬਾਅਦ ਆਪਣੇ ਕੋਲ ਪ੍ਰਸ਼ਨ ਹੈ ਕਿ ਅਜੋਕਾ ਸੰਗਰੂਰ ਸਾਬਕਾ ਕਿੰਨੀ ਪ੍ਰਬੰਧਕੀ ਇਕਾਈਆਂ ਦੇ ਤੋਂ ਮਿਲ ਕੇ ਬਣਿਆ। ਜਿਹੜਾ ਅੱਜ ਦਾ ਸੰਗਰੂਰ ਹੈ, ਇਹ ਜਿਹੜੀਆਂ ਪੁਰਾਣੀਆਂ ਸਾਬਕਾ ਮਤਲਬ ਪਹਿਲਾਂ ਜਿਹੜੀਆਂ ਮੌਜੂਦ ਸੀਗੀਆਂ, ਪਹਿਲਾਂ ਕਿੰਨਾ ਪ੍ਰਬੰਧਕੀ ਇਕਾਈਆਂ ਜਿਹੜੀਆਂ ਪਹਿਲੀਆਂ ਪੁਰਾਣੀਆਂ ਪ੍ਰਬੰਧਕੀ ਇਕਾਈਆਂ ਸੀ ਜਿਹੜੀਆਂ ਸੰਗਰੂਰ ਦੀ ਦੇਖ ਰੇਖ ਕਰਦੀਆਂ ਸੀ ਅਤੇ ਇਸ ਦੀ ਗੌਰ ਰੱਖਦੀਆਂ ਸੀਗੀਆਂ, ਇਸ ਦੀ ਮੇਨਟੇਨੈਂਸ ਦਾ ਸਾਰਾ ਜਿਹੜਾ ਵੀ ਹੈਗਾ ਕਿ ਇਸ ਦੀਆਂ ਸੇਵਾਵਾਂ ਸਹੂਲਤਾਂ ਦਾ ਦੇਖ ਰੇਖ ਰੱਖਦੀਆਂ ਸੀ, ਤਾਂ ਕਿਹੜੀਆਂ ਇਕਾਈਆਂ ਸੀ ਜਿਨ੍ਹਾਂ ਤੋਂ ਇਹ ਮਿਲ ਕੇ ਬਣਿਆ ਵਾ। ਤਾਂ ਨਾਭਾ, ਜੀਂਦ, ਪਟਿਆਲਾ, ਫੁਲਕੀਆ ਰਿਆਸਤ, ਮਰੇਲਕੋਟਲਾ ਦੀ ਮੁਸਲਮਾਨਾਂ ਦੀ ਰਿਆਸਤ ਅਤੇ ਉਸ ਸਮੇਂ ਦਾ ਜਿਹੜਾ ਲੁਧਿਆਣਾ ਸੀਗਾ ਉਸ ਦੇ ਜਿਹੜੇ ਆਲੇ ਦੁਆਲੇ ਦੇ ਕੁਝ ਜਿਹੜੇ ਹਿੱਸੇ ਸੀਗੇ ਉਹਨਾਂ ਤੋਂ ਮਿਲ ਕੇ ਇਹ ਜਿਹੜੀ ਹੈਗੀ ਆ ਬਣਿਆ ਸੀਗਾ। ਤਾਂ ਪ੍ਰਸ਼ਨ ਆਪਣੇ ਕੋਲ ਸੀਗਾ ਕਿ ਅਜੋਕਾ ਸੰਗਰੂਰ ਸਾਬਕਾ ਕਿੰਨਾ ਪ੍ਰਬੰਧਕੀ ਇਕਾਈਆਂ ਤੋਂ ਮਿਲ ਕੇ ਬਣਿਆ। ਤਾਂ ਇਸ ਦੇ ਵਿੱਚ ਰਾਈਟ ਆਨਸਰ ਹੋ ਜਾਊਗਾ ਨਾਭਾ, ਜੀਂਦ, ਪਟਿਆਲਾ ਦੀ ਫੁਲਕੀਆ ਰਿਆਸਤ, ਮਰੇਲਕੋਟਲਾ ਦੀ ਜਿਹੜੀ ਕਿ ਮੁਸਲਮਾਨਾਂ ਦੀ ਰਿਆਸਤ ਅਤੇ ਲੁਧਿਆਣੇ ਦੇ ਜਿਹੜੇ ਲੁਧਿਆਣੇ ਜ਼ਿਲ੍ਹੇ ਦੇ ਕੁਝ ਜਿਹੜੇ ਹਿੱਸੇ ਸੀ ਉਹਨਾਂ ਤੋਂ ਮਿਲ ਕੇ ਇਹ ਬਣਿਆ ਵਾ। ਉਸ ਤੋਂ ਅੱਗੇ ਆਪਣੇ ਕੋਲ ਪ੍ਰਸ਼ਨ ਹੈ ਕਿ ਉਸਾਰੀ ਦੇ ਸਮੇਂ ਸੰਗਰੂਰ ਦੇ ਜਿਹੜੇ ਹੈਗੇ ਨੇ ਕਿੰਨੀਆਂ ਦਿਸ਼ਾਵਾਂ ਵਿੱਚ ਦਰਵਾਜ਼ੇ ਰੱਖੇ ਗਏ ਸੀ। ਜਦੋਂ ਮਹਾਰਾਜਾ ਰਘਬੀਰ ਸਿੰਘ ਨੇ ਇਹਨਾਂ ਨੂੰ ਜਿਹੜਾ ਸੰਗਰੂਰ ਦੀ ਉਸਾਰੀ ਕਰਵਾਈ ਆ ਤਾਂ ਚਾਰੋਂ ਦਿਸ਼ਾਵਾਂ ਦੇ ਵਿੱਚ ਜਿਹੜੇ ਹੈਗੇ ਦਰਵਾਜ਼ੇ ਰਖਵਾਏ ਗਏ ਸੀਗੇ ਅਤੇ ਹਰੇਕ ਦਰਵਾਜ਼ੇ 'ਤੇ ਇੱਕ ਮੰਦਰ ਅਤੇ ਇੱਕ ਗੁਰੂ ਘਰ ਜਿਹੜਾ ਹੈਗਾ ਉਹਨਾਂ ਨੇ ਨਾਲ ਉਸਾਰਿਆ ਸੀਗਾ। ਅਤੇ ਇਸ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਕਿ ਜਿਹੜਾ ਪਟਿਆਲਾ ਗੇਟ ਹੈ ਉਹ ਇੱਕ ਪਾਸੇ ਤਾਂ ਉਸ ਦੇ ਗੁਰੂ ਘਰ ਅਤੇ ਦੂਜੇ ਪਾਸੇ ਕਿਹੜੀ ਮਾਤਾ ਦਾ ਮੰਦਰ ਬਣਿਆ ਹੋਇਆ। ਤਾਂ ਇੱਕ ਪਾਸੇ ਜਿਹੜਾ ਹੈਗਾ ਕਿ ਪਟਿਆਲਾ ਗੇਟ ਦੇ ਗੁਰੂ ਘਰ ਅਤੇ ਦੂਸਰੇ ਪਾਸੇ ਜਿਹੜਾ ਹੈਗਾ ਕਾਲੀ ਮਾਤਾ ਦਾ ਮੰਦਰ ਬਣਿਆ ਹੋਇਆ। ਉਸ ਤੋਂ ਬਾਅਦ ਹੈਗਾ ਕਿ ਸੁਨਾਮੀ ਗੇਟ ਦੇ ਇੱਕ ਪਾਸੇ ਗੁਰੂ ਘਰ ਅਤੇ ਦੂਸਰੇ ਪਾਸੇ ਕਿਹੜੀ ਮਾਤਾ ਦਾ ਮੰਦਰ ਹੈ। ਜਿਹੜਾ ਸੁਨਾਮੀ ਗੇਟ 'ਤੇ ਉਹ ਜਯੰਤੀ ਦੇਵੀ ਮਾਤਾ ਜਿਹੜਾ ਮੰਦਰ ਹੈਗਾ ਉਹ ਇਹਨਾਂ ਨੇ ਉਸਾਰਿਆ ਸੀਗਾ। ਉਸ ਤੋਂ ਬਾਅਦ ਅੱਗੇ ਪ੍ਰਸ਼ਨ ਹੈ ਕਿ ਧੂਰੀ ਗੇਟ ਦੇ ਜਿਹੜਾ ਹੈਗਾ ਇੱਕ ਪਾਸੇ ਗੁਰੂ ਘਰ ਅਤੇ ਦੂਸਰੇ ਪਾਸੇ ਕਿਹੜੀ ਮਾਤਾ ਦਾ ਮੰਦਰ ਉਸਾਰਿਆ ਹੋਇਆ ਹੈਗਾ। ਤਾਂ ਜਿਹੜਾ ਹੈਗਾ ਉਸ ਸਮੇਂ ਧੂਰੀ ਗੇਟ ਦੇ ਇੱਕ ਪਾਸੇ ਗੁਰੂ ਘਰ ਅਤੇ ਦੂਸਰੇ ਪਾਸੇ ਨੈਣਾ ਦੇਵੀ ਦੀ ਜਿਹੜੀ ਮਾਤਾ ਮੰਦਰ ਹੈ ਉਹਦਾ ਨਿਰਮਾਣ ਕਰਵਾਇਆ ਸੀ ਇਹਨਾਂ ਨੇ। ਨਾਭਾ ਗੇਟ 'ਤੇ ਇੱਕ ਪਾਸੇ ਗੁਰੂ ਘਰ ਅਤੇ ਦੂਸਰੇ ਪਾਸੇ ਜਿਹੜੀ ਹੈਗੀ ਮਾਤਾ ਮਨਸਾ ਦੇਵੀ ਦਾ ਮੰਦਰ ਇਹਨਾਂ ਨੇ ਉਸਾਰਿਆ ਸੀਗਾ। ਧਰਮ ਨਿਰਪੱਖਤਾ ਦੇ ਸਬੂਤ ਵਜੋਂ ਮਹਾਰਾਜਾ ਰਘਬੀਰ ਸਿੰਘ ਨੇ ਸ਼ਹਿਰ ਦੇ ਵਿੱਚੋਂ ਇੱਕ ਕੀ ਕਰਵਾਇਆ। ਜਿਹੜੀ ਹੈਗੀ ਸੀਗੀ ਇਹਨਾਂ ਨੇ ਧਰਮ ਨਿਰਪੱਖਤਾ, ਜਿਵੇਂ ਇਹਨਾਂ ਨੇ ਗੁਰੂ ਘਰ ਵੀ ਉਸਰਵਾਏ ਸੀਗੇ ਹਰੇਕ ਗੇਟ 'ਤੇ ਅਤੇ ਇੱਕ ਮੰਦਰ ਵੀ ਜਿਹੜਾ ਹੈਗਾ ਗੁਰੂ ਘਰ ਦੇ ਨਾਲ ਇਹਨਾਂ ਨੇ ਉਸਰਵਾਇਆ ਸੀਗਾ। ਬਟ ਇਹ ਧਰਮ ਨਿਰਪੱਖਤਾ ਦੇ ਤੌਰ 'ਤੇ ਜਿਹੜੇ ਇਹਨਾਂ ਨੇ ਇੱਕ ਮਿਸਾਲ ਪੇਸ਼ ਕੀਤੀ ਸੀ। ਤਾਂ ਜਿਹੜੇ ਚਾਰੇ ਦਰਵਾਜ਼ੇ ਸੀਗੇ ਉਹਨਾਂ ਦੇ ਜਿਹੜੇ ਸੈਂਟਰ ਸੀਗਾ ਜਿੱਥੇ ਆ ਕੇ ਉਹ ਸਾਰੇ ਸ਼ਹਿਰ ਦਾ ਸੈਂਟਰ ਪੁਆਇੰਟ ਸੀਗਾ, ਮਤਲਬ ਆਪਾਂ ਕਹਿ ਸਕਦੇ ਹਾਂ ਕਿ ਸਾਰੇ ਸੰਗਰੂਰ ਦੇ ਸੈਂਟਰ ਪੁਆਇੰਟ 'ਚ ਉਹਨਾਂ ਨੇ ਇੱਕ ਮਸਜਿਦ ਦੀ ਉਸਾਰੀ ਕਰਵਾਈ ਸੀ ਤਾਂ ਕਿ ਨਾ ਹਿੰਦੂਆਂ ਅਤੇ ਸਿੱਖਾਂ ਦੇ ਵਿੱਚ ਕੋਈ ਮਤਭੇਦ ਨਾ ਬਣੇ, ਕਿ ਉਹਨਾਂ ਨੇ ਹਿੰਦੂਆਂ ਦੇ ਲਈ ਮੰਦਿਰ ਅਤੇ ਸਿੱਖਾਂ ਦੇ ਲਈ ਗੁਰਦੁਆਰੇ ਬਣਵਾਤੇ ਅਤੇ ਜਿਹੜੀ ਹੈਗੇ ਆ ਮੁਸਲਮਾਨਾਂ ਦੇ ਲਈ ਕੋਈ ਚੀਜ਼ ਨਹੀਂ ਬਣਵਾਈ। ਤਾਂ ਇਸ ਲਈ ਉਹਨਾਂ ਨੇ ਸ਼ਹਿਰ ਦੇ ਵਿੱਚੋਂ ਵਿੱਚ ਜਿਹੜੀ ਹੈਗੀ ਇੱਕ ਮਸਜਿਦ ਦੀ ਉਸਾਰੀ ਕਰਵਾਈ ਸੀਗੀ। ਉਸ ਤੋਂ ਬਾਅਦ ਆਪਣੇ ਕੋਲ ਪ੍ਰਸ਼ਨ ਹੈਗਾ ਉਸਾਰੀ ਤੋਂ ਬਾਅਦ ਸੰਗਰੂਰ ਦਾ ਸਾਰਾ ਸਿਸਟਮ ਕਦੋਂ ਚਾਲੂ ਹੋਇਆ। ਜਿਹੜਾ ਉਸਾਰੀ ਤੋਂ ਬਾਅਦ ਜਿਹੜਾ ਸੰਗਰੂਰ ਦਾ ਸਾਰਾ ਸਿਸਟਮ 1902 ਦੇ ਵਿੱਚ ਇਹਨਾਂ ਨੇ ਚਾਲੂ ਕਰਤਾ ਸੀਗਾ। ਸ਼ਾਹੀ ਫਾਊਂਡਰੀ ਸੰਗਰੂਰ ਵਿੱਚ ਕਦੋਂ ਬਣੀ ਸੀ। ਸ਼ਾਹੀ ਫਾਊਂਡਰੀ ਇੱਕ ਮਤਲਬ ਕਿ ਆਪਾਂ ਕਹਿ ਸਕਦੇ ਹਾਂ ਫੈਕਟਰੀ ਜਾਂ ਵਰਕਸ਼ਾਪ ਸੀਗੀ, ਹੈ ਨਾ, ਜਿਸ ਦੇ ਵਿੱਚ ਜਿਹੜੇ ਹੈਗੇ ਸੀ ਮਹਾਰਾਜਾ ਰਘਬੀਰ ਸਿੰਘ ਆਪਣੀਆਂ ਜਿਹੜੀਆਂ ਹੈਗੇ ਸੀ ਪਰਜਾ ਵਾਸਤੇ ਆਪਣੇ ਜਿਹੜੇ ਹੈਗੇ ਸੀਗੇ ਰਾਜ ਦੇ ਵਿੱਚ ਜਿਹੜੀਆਂ ਹੁਣ ਪਹਿਲਾਂ ਖੂਹ ਹੁੰਦੇ ਸੀ, ਖੂਹਾਂ 'ਚੋਂ ਪਾਣੀ ਕੱਢਣ ਵਾਲੀਆਂ ਟਿੰਡਾਂ ਹੁੰਦੀਆਂ ਸੀਗੀਆਂ ਜਾਂ ਆਰੇ ਹੁੰਦੇ ਸੀਗੇ ਅਤੇ ਜਾਂ ਹੋਰ ਵੀ ਜਿਹੜੀਆਂ ਵਰਕਸ਼ਾਪ ਮਤਲਬ ਕਿ ਜਿਹੜੀਆਂ ਰੋਜ਼ ਦੇ ਕੰਮਾਂ ਦੇ ਵਿੱਚ ਵਰਤੇ ਜਾਣ ਵਾਲੇ ਸੰਦ ਸੰਦੇੜੇ ਸੀਗੇ ਉਹਨਾਂ ਨੂੰ ਬਣਾਉਣ ਦੇ ਲਈ, ਅਤੇ ਇਹਨਾਂ ਦੇ ਵਿੱਚ ਜਿਹੜਾ ਹੈਗਾ ਸੀ ਇਸ ਫਾਊਂਡਰੀ ਦੇ ਵਿੱਚ ਇਹ ਮਹਾਰਾਜਾ ਰਘਬੀਰ ਸਿੰਘ ਆਪਣਾ ਅਸਲਾ ਵੀ ਥੋੜ੍ਹਾ ਬਹੁਤ ਬਣਾ ਲੈਂਦੇ ਸੀ। ਅਤੇ ਇਸ ਦੀ ਜਿਹੜੀ ਸਥਾਪਨਾ 1876 ਦੇ ਵਿੱਚ ਕੀਤੀ ਗਈ ਸੀ। ਬਟ ਜਿਹੜੀ ਹੈਗੀ ਅੰਗਰੇਜ਼ਾਂ ਨੇ ਇਹਨਾਂ ਨੂੰ ਹੈਗਾ ਸੀਗਾ 1904 ਦੇ ਵਿੱਚ ਇਹ ਵਰਕਸ਼ਾਪ ਹੈ ਜਿਹੜੀ ਉਹ ਬੰਦ ਕਰਵਾ ਦਿੱਤੀ ਸੀ। ਅਤੇ ਉਸ ਤੋਂ ਅੱਗੇ ਆਪਣੇ ਕੋਲ ਪ੍ਰਸ਼ਨ ਹੈਗਾ ਕਿ ਸੰਗਰੂਰ ਦਾ ਜਿਹੜਾ ਜਲਵਾਯੂ ਆ ਉਸ 'ਤੇ ਆਪਾਂ ਨਜ਼ਰ ਮਾਰਦੇ ਹਾਂ। ਸੰਗਰੂਰ ਦਾ ਜਲਵਾਯੂ ਆਮ ਤੌਰ 'ਤੇ ਖੁਸ਼ਕ ਆ। ਜਿਹੜੀ ਇੱਥੋਂ ਦੀ ਜਿਹੜੀ ਜਲਵਾਯੂ ਉਸ ਦੀ ਜਿਹੜੀ 1 ਸਾਲ ਦੀ ਜਲਵਾਯੂ ਉਹਨੂੰ 4 ਰੁੱਤਾਂ ਦੇ ਵਿੱਚ ਵੰਡਿਆ ਹੋਇਆ। ਮਤਲਬ 1 ਸਾਲ ਦੇ ਜਿਹੜੇ ਜਲਵਾਯੂ ਆ ਉਹਨੂੰ 4 ਰੁੱਤਾਂ ਦੇ ਵਿੱਚ ਵੰਡਿਆ ਗਿਆ। ਜਿਵੇਂ ਨਵੰਬਰ ਤੋਂ ਮਾਰਚ ਤੱਕ ਤਾਂ ਠੰਡ ਦੀ ਰੁੱਤ ਆ, ਠੀਕ ਹੈ। ਉਸ ਤੋਂ ਬਾਅਦ ਮਈ ਤੋਂ ਜਿਹੜੀ ਹੈਗੀ ਆ ਜੂਨ ਤੱਕ ਅੱਤ ਦੀ ਗਰਮੀ ਹੈਗੀ, ਜੂਨ ਦੇ ਅੰਤ ਤੱਕ ਜਿਹੜੀ ਹੈਗੀ ਗਰਮੀ ਦੀ ਰੁੱਤ ਆ। ਅਤੇ ਜੁਲਾਈ ਤੋਂ ਸਤੰਬਰ ਦੇ ਮੱਧ ਤੱਕ ਦੱਖਣ ਪੱਛਮੀ ਜਿਹੜੀ ਮਾਨਸੂਨ ਦੇ ਕਾਰਨ ਹੈ ਜਿਹੜੀ ਇੱਥੇ ਮੌਸਮ ਰਹਿੰਦਾ। ਤਾਂ ਬਰਸਾਤ ਦਾ ਮੌਸਮ ਹੈ ਜਿਹੜਾ ਉਹ ਜੁਲਾਈ ਤੋਂ ਸਤੰਬਰ ਦੇ ਮੱਧ ਤੱਕ ਹੁੰਦਾ ਵਾ। ਅਤੇ ਸਤੰਬਰ ਦੇ ਮੱਧ ਤੋਂ ਬਾਅਦ ਅਕਤੂਬਰ ਦੇ ਮੱਧ ਤੱਕ ਅੰਤ ਤੱਕ ਜਿਹੜਾ ਹੈਗਾ ਮੌਸਮ ਮਾਨਸੂਨ ਦੇ ਵਿੱਚ ਜਿਹੜਾ ਪਰਿਵਰਤਨ ਅਵਧੀ
ਹੋ ਜਾਂਦੀ ਹੈ, मतलब कि मींह पैन तो बाद ਜਿਹੜਾ ਹੈਗਾ मौसम ਉਹ ਥੋੜ੍ਹਾ ਚੇਂਜ ਹੋ ਜਾਂਦਾ। ਅਤੇ ਇਹ ਮਾਨਸੂਨ ਪਰਿਵਰਤਨ ਅਵਧੀ ਹੈ ਜਿਹੜੀ ਇਹ ਜਿਹੜੀ ਚੱਲਦੀ ਹੈ ਮੱਧ ਸਤੰਬਰ ਦੇ ਮੱਧ ਤੋਂ ਬਾਅਦ ਅਤੇ ਅਕਤੂਬਰ ਦੇ ਅੰਤ ਤੱਕ ਜਿਹੜੀ ਹੈਗੀ ਇਹ ਮਾਨਸੂਨ ਪਰਿਵਰਤਨ ਅਵਧੀ ਚੱਲਦੀ ਹੈ, ਜਿਹੜੀ ਕਿ ਉਸ ਤੋਂ ਬਾਅਦ ਹੈਗੀ ਹੈ ਕਿ ਠੰਡ ਦਾ ਮੌਸਮ ਤਕਰੀਬਨ ਆ ਜਾਂਦਾ। ਇਸ ਲਈ ਜਿਹੜਾ ਹੈਗਾ ਸੰਗਰੂਰ ਤਾਂ ਕਿ ਮੇਰੇ ਖਿਆਲ ਨਾਲ ਪੰਜਾਬ ਦੇ ਜਿਹੜੇ ਸਾਰੀ ਜਲਵਾਯੂ ਨੂੰ ਹੀ ਇਸ ਤਰ੍ਹਾਂ ਵੰਡਿਆ ਹੋਇਆ, ਬਟ ਸੰਗਰੂਰ ਦੀ ਜਿਹੜੀ ਆਪਾਂ ਗੱਲ ਕਰਦੇ ਹਾਂ ਸੰਗਰੂਰ ਦੇ ਵਿੱਚ ਇਹ ਚੀਜ਼ਾਂ ਇਨਕਲੂਡ ਹੁੰਦੀਆਂ ਨੇ। ਉਸ ਤੋਂ ਬਾਅਦ ਆਪਣੇ ਕੋਲ ਪ੍ਰਸ਼ਨ ਹੈਗਾ ਕਿ ਇਸ ਦੇ ਆਪਾਂ ਤਾਪਮਾਨ ਦੀ ਗੱਲ ਕਰੀਏ, ਜਿਹੜਾ ਔਸਤਨ ਤਾਪਮਾਨ ਹੈ ਵਾਯੂਮੰਡਲ ਦਾ ਜਿਹੜਾ ਸੰਗਰੂਰ ਦਾ, ਤਾਂ ਉਹ ਕਿੰਨਾ ਰਹਿੰਦਾ ਵਾ। ਤਾਂ ਗਰਮੀਆਂ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਇਹ 40 ਡਿਗਰੀ ਸੈਲਸੀਅਸ ਤੋਂ 47 ਡਿਗਰੀ ਸੈਲਸੀਅਸ ਤੱਕ ਚਲਾ ਜਾਂਦਾ। ਜਿਹੜੀ ਅੱਤ ਦੀ ਗਰਮੀ ਪੈਂਦੀ ਹੈ 40 ਡਿਗਰੀ ਸੈਲਸੀਅਸ ਤੋਂ 47 ਡਿਗਰੀ ਸੈਲਸੀਅਸ ਤੱਕ ਚਲਾ ਜਾਂਦਾ ਵਾ। ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਘੱਟੋ ਘੱਟ ਗਰਮੀਆਂ ਦੇ ਵਿੱਚ ਜਿਹੜਾ ਹੈਗਾ ਤਾਪਮਾਨ 28 ਡਿਗਰੀ ਸੈਲਸੀਅਸ ਤੋਂ ਨੀਚੇ ਜਿਹੜਾ ਉਹ ਨਹੀਂ ਆਉਂਦਾ। ਉਸ ਤੋਂ ਬਾਅਦ ਸਰਦੀਆਂ ਦੇ ਵਿੱਚ ਜਿਹੜਾ ਹੈਗਾ ਇਹ ਤਾਪਮਾਨ 20 ਡਿਗਰੀ ਸੈਲਸੀਅਸ ਰਹਿ ਜਾਂਦਾ। ਅਤੇ ਜੇ ਆਪਾਂ ਗੱਲ ਕਰੀਏ ਘੱਟੋ ਘੱਟ ਤਾਪਮਾਨ ਹੈਗਾ 7 ਡਿਗਰੀ ਸੈਲਸੀਅਸ 'ਤੇ ਆ ਕੇ ਨਿਪਟ ਜਾਂਦਾ। ਅਤੇ ਕਈ ਥਾਵਾਂ 'ਤੇ ਜਿਹੜਾ ਹੈਗਾ ਕਿ ਕੋਰਾ ਵੀ ਪੈਂਦਾ, ਅਤੇ ਜਿਹੜਾ ਆਪਾਂ ਕਹਿ ਦਿੰਦੇ ਹਾਂ ਕਿ ਧੁੰਦ ਵਗੈਰਾ ਫੌਗ, ਉਹ ਸਾਰਾ ਕੁਛ ਇੱਥੋਂ ਦੇ ਵਾਯੂਮੰਡਲ ਅਤੇ ਤਾਪਮਾਨ ਦੇ ਵਿੱਚ ਇਨਕਲੂਡ ਹੁੰਦਾ। ਅਤੇ ਜੇ ਗੱਲ ਕਰੀਏ ਆਪਾਂ ਸੰਗਰੂਰ ਜ਼ਿਲ੍ਹੇ ਦੇ ਓਵਰਵਿਊ 'ਤੇ ਆਪਾਂ ਓਵਰਵਿਊ ਇੱਕ ਗੱਲ ਕਰੀਏ ਇਹਦੇ ਹੈ ਨਾ ਜਨਸੰਖਿਆ ਵਗੈਰਾ 'ਤੇ, ਤਾਂ ਜੇ ਗੱਲ ਕਰੀਏ ਖੇਤਰ ਦੀ ਤਾਂ ਜਿਹੜਾ ਇਸ ਦਾ ਜਿਹੜਾ ਹੈਗਾ ਖੇਤਰਫਲ ਹੈਗਾ ਤਾਂ 3625 ਸਕੁਆਇਰ ਕਿਲੋਮੀਟਰ ਜਿਹੜਾ ਹੈਗਾ ਇਸ ਦਾ ਖੇਤਰਫਲ ਹੈ। ਆਬਾਦੀ ਹੈ ਜਿਹੜੀ 2011 ਦੀ ਜਨਗਣਨਾ ਦੇ ਅਨੁਸਾਰ ਤੁਹਾਨੂੰ ਦੱਸ ਦਿੰਦੇ ਹਾਂ। 2011 ਦੀ ਜਨਗਣਨਾ ਦੇ ਅਨੁਸਾਰ ਜਿਹੜੀ ਹੈਗੀ 6+ ਦੀ ਇੱਥੇ ਜਿਹੜੀ ਜਨਰੇਸ਼ਨ ਹੈ ਉਹਦੀ ਆਬਾਦੀ ਇਨਕਲੂਡ ਕੀਤੀ ਹੋਈ ਹੈ ਇਹਦੇ ਵਿੱਚ, ਮਤਲਬ 6 ਸਾਲ ਤੋਂ ਉੱਪਰ ਦੇ ਜਿਹੜੇ ਹੈਗੇ ਆ ਇੱਥੇ ਰਹਿਣ ਵਾਲੇ ਉਹਨਾਂ ਦੀ ਹੈ। ਤਾਂ ਜੇ ਗੱਲ ਕਰੀਏ ਤਾਂ ਇਸ ਦੀ ਆਬਾਦੀ ਦੀ 16,55,169 ਜਿਹੜੀ ਹੈਗੀ ਆਬਾਦੀ ਹੈ। ਅਤੇ ਜਿਹੜੇ ਮਰਦ ਨੇ ਇਸ ਦੇ ਵਿੱਚ 8,78,000 ਜਿਹੜੇ 29 ਹੈਗੇ ਇਸ ਦੇ ਵਿੱਚ ਜਿਹੜੀ ਕੁੱਲ ਜਨਸੰਖਿਆ ਦੇ ਵਿੱਚ ਮੇਲ ਜਨਸੰਖਿਆ ਹੈਗੀ ਆ 8,78,029। ਅਤੇ ਜੇਕਰ ਆਪਾਂ ਔਰਤ ਦੀ ਜਨਸੰਖਿਆ ਦੀ ਗੱਲ ਕਰੀਏ ਤਾਂ 7,77,140 ਜਿਹੜੀ ਹੈਗੀ ਆ ਉਹ ਫੀਮੇਲ ਪਾਪੂਲੇਸ਼ਨ ਹੈਗੀ ਆ। ਆਬਾਦੀ ਪੱਖੋਂ ਜੇ ਗੱਲ ਕਰੀਏ ਤਾਂ ਇਸ ਦਾ 7ਵਾਂ ਸਥਾਨ ਹੈਗਾ ਗਾ ਆਬਾਦੀ ਪੱਖੋਂ ਪੰਜਾਬ ਦਾ ਜਿਹੜਾ 7ਵਾਂ ਡਿਸਟ੍ਰਿਕਟ ਵੱਡਾ ਮੰਨਿਆ ਜਾਂਦਾ। ਸਮੁੰਦਰ ਤਲ ਤੋਂ ਇਸ ਦੀ ਉਚਾਈ ਜਿਹੜੀ ਹੈਗੀ ਆ 232 ਮੀਟਰ ਹੈਗੀ ਆ। ਠੀਕ ਹੈ, ਇਸ ਨੂੰ ਤੁਸੀਂ ਜ਼ਰੂਰ ਨੋਟ ਕਰਨਾ, ਸਮੁੰਦਰ ਤਲ ਤੋਂ ਉਚਾਈ ਹੈ ਜਿਹੜੀ ਇਹ ਬਹੁਤ ਇੰਪੋਰਟੈਂਟ ਹੈ। ਅਤੇ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਇਸ ਦੇ ਜਿਹੜੇ ਹੈਗੇ ਬਲਾਕ ਸੰਗਰੂਰ ਦੇ ਜਿਹੜੇ ਹੈਗੇ 10 ਬਲਾਕ ਹੈ। 10 ਬਲਾਕਾਂ ਦੇ ਵਿੱਚ ਧੂਰੀ, ਲਹਿਰਾਗਾਗਾ, ਸੁਨਾਮ, ਸੰਗਰੂਰ, ਅੰਦਾਨਾ, ਐਟ, ਮੂਨਕ, ਜਿਹੜੀ ਮੂਨਕ ਹੈ ਉਹ ਵੀ ਇੱਕ ਬਲਾਕ ਦੇ ਵਿੱਚ ਜਿਹੜੀ ਇਨਕਲੂਡ ਹੁੰਦੀ ਹੈ। ਦਿੜਬਾ, ਮਰੇਲਕੋਟਲਾ 1 ਅਤੇ ਮਰੇਲਕੋਟਲਾ 2, ਭਵਾਨੀਗੜ੍ਹ ਅਤੇ ਸ਼ੇਰਪੁਰ ਜਿਹੜੇ ਹੈਗੇ ਆ ਇਸ ਦੇ ਮਹੱਤਵਪੂਰਨ ਇਸ ਦੇ ਜਿਹੜੇ 10 ਬਲਾਕਾਂ ਦੀ ਸੂਚੀ ਦੇ ਵਿੱਚ ਆਉਂਦੇ ਨੇ। ਪਿੰਡ ਦੀ ਗੱਲ ਕਰੀਏ ਤਾਂ ਇੱਥੇ ਜਿਹੜੇ ਹੈਗੇ 571 ਪਿੰਡ ਨੇਗੇ ਅਤੇ ਪੰਚਾਇਤਾਂ ਨੇ ਜਿਹੜੀਆਂ ਉੱਥੇ 600 ਨੇਗੀਆਂ। ਉਸ ਤੋਂ ਬਾਅਦ ਜੇ ਆਪਾਂ ਸਬ ਡਿਵੀਜ਼ਨ ਜਾਂ ਤਹਿਸੀਲਾਂ ਦੀ ਗੱਲ ਕਰੀਏ ਤਾਂ ਇੱਥੇ 9 ਤਹਿਸੀਲਾਂ ਨੇ। ਅਹਿਮਦਗੜ੍ਹ, ਧੂਰੀ, ਲਹਿਰਾਗਾਗਾ, ਸੁਨਾਮ, ਸੰਗਰੂਰ, ਮੂਨਕ, ਦਿੜਬਾ, ਮਰੇਲਕੋਟਲਾ ਅਤੇ ਭਵਾਨੀਗੜ੍ਹ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜਿਹੜੀ ਇੱਥੇ ਵਿਧਾਨ ਸਭਾ ਦੇ ਚੋਣ ਖੇਤਰ ਨੇ ਜਿਹੜੇ ਉਹ 7 ਨੇਗੇ। ਵਿਧਾਨ ਸਭਾ ਦੇ ਚੋਣ ਖੇਤਰ 7 ਨੇ ਅਤੇ ਲੋਕ ਸਭਾ ਦੀ 1 ਸੀਟ ਹੈ। ਅਤੇ ਜਿਸ 'ਤੇ ਭਗਵੰਤ ਮਾਨ ਐਤਕੀ ਪਿਛਲੇ 2 ਦਹਾਕਿਆਂ ਤੋਂ ਮਤਲਬ ਕਿ ਜਿਹੜੀ ਪਹਿਲਾਂ ਵਾਲੀ ਵਾਰੀ ਵੋਟਾਂ ਪਈਆਂ ਸੀ ਲੋਕ ਸਭਾ ਦੀਆਂ ਉਦੋਂ ਵੀ ਸੰਗਰੂਰ ਤੋਂ ਭਗਵੰਤ ਮਾਨ ਸੀਗੇ MP, ਅਤੇ ਹੁਣ ਵੀ ਇਹੀ ਨੇਗੇ। ਜਿਹੜੀ ਨਗਰ ਕੌਂਸਲ ਦੀ ਗੱਲ ਕਰੀਏ, ਨਗਰ ਕੌਂਸਲ ਇਹਦੇ ਵਿੱਚ 8 ਨੇਗੀਆਂ। ਅਹਿਮਦਗੜ੍ਹ, ਧੂਰੀ, ਲਹਿਰਾਗਾਗਾ, ਸੁਨਾਮ, ਸੰਗਰੂਰ, ਲੌਂਗੋਵਾਲ, ਮਲੇਰਕੋਟਲਾ, ਭਵਾਨੀਗੜ੍ਹ, ਇਸ ਦੀਆਂ ਜਿਹੜੀਆਂ ਹੈਗੀਆਂ ਨੇਗੀਆਂ 8 ਜਿਹੜੀਆਂ ਹੈਗੀਆਂ ਨਗਰ ਕੌਂਸਲਾਂ ਹੈਗੀਆਂ ਨੇਗੀਆਂ। ਅਤੇ ਜੇ ਆਪਾਂ ਗੱਲ ਕਰੀਏ ਇਸ ਦੇ ਰੇਲ ਰੂਟ ਮਾਰਗ ਦੀ, ਤਾਂ ਜੇ ਆਪਾਂ ਗੱਲ ਕਰੀਏ ਸੰਗਰੂਰ ਦੀ, ਤਾਂ ਜਿਹੜਾ ਸੰਗਰੂਰ ਹੈ ਉਹ ਲੁਧਿਆਣਾ ਹਿਸਾਰ ਰੇਲ ਰੂਟ 'ਤੇ ਜਿਹੜਾ ਹੈਗਾ ਸਥਿਤ ਹੈਗਾ, ਅਤੇ ਲੁਧਿਆਣਾ ਹਿਸਾਰ ਰੇਲ ਰੂਟ 'ਤੇ ਸਥਿਤ ਹੈ। ਅਤੇ ਧੂਰੀ ਤੋਂ ਇੱਥੇ ਆਪਾਂ ਜੇ ਗੱਲ ਕਰੀਏ ਇਸ ਤੋਂ ਧੂਰੀ ਹੈ ਜਿਹੜਾ ਉਹ ਥੋੜ੍ਹੀ ਦੂਰੀ ਹੈ 20-22 ਕਿਲੋਮੀਟਰ ਹੈ। ਅਤੇ ਧੂਰੀ ਤੋਂ ਜਿਹੜਾ ਇਹ ਹੈਗਾ ਇਹ ਅੰਬਾਲਾ, ਬਠਿੰਡਾ, ਗੰਗਾਨਗਰ ਰੇਲਵੇ ਲਾਈਨ ਹੈ। ਅਤੇ ਜੇ ਗੱਲ ਕਰੀਏ ਆਪਾਂ ਸੰਗਰੂਰ ਦੀ, ਤਾਂ ਸੰਗਰੂਰ ਇੱਥੇ ਆ ਗਿਆ। ਅਤੇ ਜਿਹੜੀ ਆਹ ਲਾਈਨ ਆ ਰਹੀ ਹੈ ਰੇਲਵੇ, ਇਹ ਲੁਧਿਆਣੇ ਤੋਂ ਆ ਰਹੀ ਹੈ ਅਤੇ ਅੱਗੇ ਇਹ ਹਿਸਾਰ ਨੂੰ ਜਾਂਦੀ ਆ। ਅਤੇ ਉਸ ਤੋਂ ਬਾਅਦ ਆਪਾਂ ਦੱਸ ਦਈਏ ਕਿ ਜਿਹੜਾ ਹੈਗਾ ਨੈਸ਼ਨਲ ਹਾਈਵੇ ਰੂਟ ਨੇ ਜਿਹੜੇ ਇੱਥੋਂ ਉਹ ਹੈਗੇ ਨੇਗੇ NH ਜਿਹੜਾ 7 ਹੈ ਇਹ ਫਾਜ਼ਿਲਕਾ ਦੇ ਜਿਹੜਾ ਹੈਗਾ ਸੁਲੇਮਾਨਕ ਹੈ ਜਿਹੜਾ ਇਹ ਫਾਜ਼ਿਲਕਾ ਦੇ ਪਾਕਿਸਤਾਨ ਦੇ ਬਾਰਡਰ ਤੋਂ ਜਿਹੜਾ ਹੈਗਾ ਸ਼ੁਰੂ ਹੁੰਦਾ ਫਾਜ਼ਿਲਕਾ ਤੋਂ, ਅਤੇ ਰਿਸ਼ੀਕੇਸ਼, ਰੁਦਰਪੁਰ ਹੋ ਕੇ ਇਹ ਅੱਗੇ ਜਿਹੜਾ ਹੈਗਾ ਹਰਿਆਣਾ ਦੇ ਵਿੱਚ ਚਲਾ ਜਾਂਦਾ ਇਹ ਉੱਤਰਾਖੰਡ ਤੋਂ। ਅਤੇ ਜੇ ਗੱਲ ਕਰੀਏ NH 52 ਦੀ, ਤਾਂ ਜਿਹੜਾ NH 52 ਉਹ ਸੰਗਰੂਰ ਤੋਂ ਸ਼ੁਰੂ ਹੁੰਦਾ ਅਤੇ ਹਿਸਾਰ ਤੱਕ ਜਾਂਦਾ। ਹਿਸਾਰ ਤੋਂ ਬਾਅਦ ਇਹ ਜਿਹੜਾ ਹੈਗਾ ਕਿ ਅੱਗੇ ਜੈਪੁਰ ਹੁੰਦਾ ਹੋਇਆ ਅੱਗੇ ਇਹ ਚਲਾ ਜਾਂਦਾ ਰਾਜਸਥਾਨ ਦੇ ਵਿੱਚ ਚਲਾ ਜਾਂਦਾ। ਬਟ ਜਿਹੜਾ ਹੈਗਾ ਇਹ ਮੇਨ ਇਸ ਦਾ ਰੂਟ ਪੁਆਇੰਟ ਹੈ ਜਿਹੜਾ ਉਹ NH 52 ਦਾ ਉਹ ਸੰਗਰੂਰ ਤੋਂ ਹਿਸਾਰ ਦਾ ਹੈਗਾ। ਸੰਗਰੂਰ ਤੋਂ ਵਾਇਆ ਖਨੌਰੀ ਹੋ ਕੇ ਇਹ ਜਿਹੜਾ ਪਾਤੜਾ ਖਨੌਰੀ ਹੋ ਕੇ ਅੱਗੇ ਹਰਿਆਣੇ ਦੇ ਵਿੱਚ ਚਲਾ ਜਾਂਦਾ ਵਾ। ਸੋ
ਇਹ ਸੀਗੇ ਕੁਝ ਮਹੱਤਵਪੂਰਨ ਜਿਹੜੇ ਬਹੁਤ ਹੀ ਜ਼ਿਆਦਾ ਪ੍ਰਸ਼ਨ, ਸੋ ਜਿਨ੍ਹਾਂ ਦੇ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀਗਾ। ਅਤੇ ਇਹ ਸੰਗਰੂਰ ਬਾਰੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਇਸ ਲਈ ਹੋ ਜਾਂਦੇ ਨੇ ਕਿਉਂਕਿ ਪੰਜਾਬ ਦੀ ਜੀਕੇ ਦੇ ਵਿੱਚ ਕੋਈ ਵੀ ਪੰਜਾਬ ਦਾ ਪੇਪਰ ਹੈ ਉਸ ਦੇ ਲਈ ਇਹ ਬਹੁਤ ਹੀ ਮਹੱਤਵਪੂਰਨ ਨੇ। ਸੋ ਵੀਡੀਓ ਜੇ ਚੰਗੀ ਲੱਗੀ ਅੱਗੇ ਇਸ ਨੂੰ ਜ਼ਰੂਰ ਸ਼ੇਅਰ ਕਰਨਾ। ਧੰਨਵਾਦ।